ਹਾਈ ਕਮਿਸ਼ਨਰ ਸੰਜੇ ਵਰਮਾ ਨੇ ਭਾਰਤ ਆਉਣ ਤੋਂ ਪਹਿਲਾਂ ਕੈਨੇਡਾ ਦੇ ਇਲਜ਼ਾਮਾਂ ਨੂੰ ਕੀਤਾ ਖਾਰਜ। ਬੋਲੇ ਨਿੱਜਰ ਕਤਲकांड ਦੇ ਨਾਲ ਮੇਰਾ ਕੋਈ ਵਾਸਤਾ ਨਹੀਂ। ਕੈਨੇਡਾ ਨੇ ਬਿਨਾਂ ਸਬੂਤਾਂ ਤੋਂ ਲਗਾਏ ਸਿਆਸਤ ਤੋਂ ਪ੍ਰੇਰਿਤ ਇਲਜ਼ਾਮ। ਹੁਸ਼ਿਆਰਪੁਰ ਦੇ ਪਿੰਡ ਚੱਕੋਵਾਲ ਬ੍ਰਾਹਮਣਾ ਦੇ ਵਿੱਚ ਹਸਪਤਾਲ ਦੇ ਬਾਹਰ ਅੰਨ੍ਹੇਵਾਹ ਫਾਇਰਿੰਗ। ਪਿਓ ਪੁੱਤ ਦਾ ਗੋਲੀਆਂ ਮਾਰ ਕੇ ਕਤਲ। ਛर्रे ਲੱਗਣ ਦੇ ਨਾਲ 2 ਮਾਸੂਮ ਬੱਚੇ ਵੀ ਜ਼ਖਮੀ। ਜੰਮੂ ਕਸ਼ਮੀਰ ਦੇ ਗਾਂਦਰਬਲ ਅੱਤਵਾਦੀ ਹਮਲੇ ਦੀ ਜਾਂਚ ਤੇਜ਼। ਅੱਜ ਦੁਪਹਿਰ ਤੱਕ ਪਹੁੰਚ ਸਕਦੀ ਹੈ NIA ਦੀ ਟੀਮ। ਕੱਲ ਹੋਏ ਟੈਰਰ ਅਟੈਕ ਦੇ ਵਿੱਚ ਟਨਲ ਵਰਕਰਾਂ ਸਮੇਤ 7 ਲੋਕਾਂ ਦੀ ਹੋਈ ਸੀ ਮੌਤ। ਰੋਹਿਣੇ 'ਚ ਹੋਏ ਬਲਾਸਟ ਮਾਮਲੇ 'ਚ ਦਿੱਲੀ ਪੁਲਿਸ ਨੇ ਟੈਲੀਗ੍ਰਾਮ ਐਪ ਤੋਂ ਮੰਗੀ ਜਾਣਕਾਰੀ। ਜਸਟਿਸ ਲੀਗ ਇੰਡੀਆ ਚੈਨਲ ਦੀ ਮੰਗੀ ਡਿਟੇਲ। ਇਸੇ ਚੈਨਲ ਤੇ ਸਭ ਤੋਂ ਪਹਿਲਾਂ ਪਾਈ ਗਈ ਸੀ ਧਮਾਕੇ ਦੀ ਵੀਡੀਓ। ਅੱਜ ਫਗਵਾੜਾ 'ਚ ਨੈਸ਼ਨਲ ਹਾਈਵੇ ਜਾਮ ਕਰਨਗੇ ਕਿਸਾਨ। ਝੋਨੇ ਦੀ ਖਰੀਦ ਦੇ ਮਸਲੇ ਤੇ ਕਰਨਗੇ ਪ੍ਰਦਰਸ਼ਨ। ਆਵਾਜਾਈ 'ਚ ਹੋ ਸਕਦੀ ਹੈ ਭਾਰੀ ਪਰੇਸ਼ਾਨੀ। ਹਰਿਆਣਾ ਦੇ ਮੰਤਰੀਆਂ 'ਚ ਵਿਭਾਗਾਂ ਦੀ ਵੰਡ। CM ਸੈਣੀ ਨੇ ਗ੍ਰਹਿ ਅਤੇ ਵਿੱਤ ਵਿਭਾਗ ਆਪਣੇ ਕੋਲ ਰੱਖਿਆ। ਵਿਜ ਨੂੰ ਬਿਜਲੀ ਅਤੇ ਟਰਾਂਸਪੋਰਟ ਦਾ ਜ਼ਿੰਮਾ। ਕੈਨੇਡਾ ਦੀਆਂ ਬ੍ਰਿਟਿਸ਼ ਕੋਲੰਬੀਆ ਸੂਬਾਈ ਚੋਣਾਂ ਦੇ ਵਿੱਚ ਪੰਜਾਬੀ ਮੂਲ ਦੇ 13 ਉਮੀਦਵਾਰ ਜਿੱਤੇ। 93 ਮੈਂਬਰੀ ਸਦਨ ਦੇ ਵਿੱਚ ਹੁਣ ਹੋਣਗੇ ਪੰਜਾਬੀ ਮੂਲ ਦੇ 13 ਵਿਧਾਇਕ। ਨਿੱਕੀ ਸ਼ਰਮਾ, ਰਵੀ ਕਾਲੋ, ਜਗਰੂ ਬਰਾੜ ਦਾ ਨਾਂ ਸ਼ਾਮਲ। ਸਮ੍ਰਿਤੀ ਦਿਵਸ ਤੇ ਸ਼ਹੀਦ ਪੁਲਿਸ ਕਰਮੀਆਂ ਨੂੰ ਸ਼ਰਧਾਂਜਲੀ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ 'ਚ ਨੈਸ਼ਨਲ ਪੁਲਿਸ ਮੈਮੋਰੀਅਲ ਤੇ ਕੀਤਾ ਨਮਨ। ਤਾਂ ਜਲੰਧਰ 'ਚ DGP ਪੰਜਾਬ ਗੌਰਵ ਯਾਦਵ ਨੇ ਭੇਟ ਕੀਤੀ ਸ਼ਰਧਾਂਜਲੀ। ਸਤਿ ਸ਼੍ਰੀ ਅਕਾਲ। ਇਸ ਸਮੇਂ ਦੇ ਬੁਲੇਟਿਨ 'ਚ ਸਵਾਗਤ ਹੈ। ਮੈਂ ਤੁਹਾਡੇ ਨਾਲ ਗੁਰਜੋਤ ਸੰਧੂ। ਸ਼ੁਰੂਆਤ ਕਰਦੇ ਬੁਲੇਟਿਨ ਦੀ। ਭਾਰਤੀ ਹਾਈ ਕਮਿਸ਼ਨਰ ਸੰਜੇ ਵਰਮਾ ਨੇ ਟਰੂਡੋ ਸਰਕਾਰ ਤੇ ਵੱਡੇ ਇਲਜ਼ਾਮ ਲਗਾਏ ਨੇ। ਭਾਰਤ ਆਉਣ ਤੋਂ ਪਹਿਲਾਂ ਸੰਜੇ ਵਰਮਾ ਨੇ ਦੱਸਿਆ ਕਿ ਇਲਜ਼ਾਮਾਂ ਨੂੰ ਖਾਰਜ ਕੀਤਾ ਹੈ। ਨਿੱਜਰ ਦੇ ਕਤਲ ਦੇ ਨਾਲ ਉਹਨਾਂ ਕਹਿਣਾ ਕਿ ਕੋਈ ਲੈਣਾ ਦੇਣਾ ਨਹੀਂ ਹੈ। ਸੰਜੇ ਵਰਮਾ ਦਾ ਕਹਿਣਾ ਕੈਨੇਡਾ ਨੇ ਕੋਈ ਸਬੂਤ ਪੇਸ਼ ਨਹੀਂ ਕੀਤਾ। ਰਾਜਨੀਤੀ ਤੋਂ ਪ੍ਰੇਰਿਤ ਇਲਜ਼ਾਮ ਲਗਾਏ ਗਏ ਨੇ। ਕੈਨੇਡਾ ਸਰਕਾਰ ਨੂੰ ਸਾਡੀਆਂ ਚਿੰਤਾਵਾਂ ਨੂੰ ਗੰਭੀਰਤਾ ਦੇ ਨਾਲ ਲੈਣਾ ਚਾਹੀਦਾ ਹੈ। ਉਹਨਾਂ ਨੇ ਕਿਹਾ CSIS ਦੇ ਨਾਲ ਖਾਲਿਸਤਾਨੀ ਤੇ ਅੱਤਵਾਦੀਆਂ ਦੇ ਡੂੰਘੇ ਸੰਬੰਧ ਨੇ। ਟਰੂਡੋ ਨੇ ਦੋਹਾਂ ਦੇਸ਼ਾਂ ਦੇ ਰਿਸ਼ਤੇ ਖਰਾਬ ਕੀਤੇ ਨੇ, ਇਹ ਵੀ ਵਰਮਾ ਕਹਿ ਰਹੇ ਨੇ। ਤਾਂ ਕੈਨੇਡੀਅਨ ਵਿਦੇਸ਼ ਮੰਤਰੀ ਨੇ ਦੱਸਿਆ ਕਿ ਭਾਰਤੀ ਹਾਈ ਕਮਿਸ਼ਨਰ ਤੇ ਇਲਜ਼ਾਮ ਲਗਾਇਆ ਸੀ। ਨਿੱਜਰ ਕਤਲ ਦੇ ਵਿੱਚ ਭਾਰਤੀ ਹਾਈ ਕਮਿਸ਼ਨਰ ਦੇ ਸ਼ਾਮਲ ਹੋਣ ਦਾ ਇਲਜ਼ਾਮ ਲਗਾਇਆ ਗਿਆ ਸੀ ਔਰ ਇਹ ਮਾਮਲਾ ਕੋਈ ਛੋਟਾ ਨਹੀਂ ਔਰ ਲੰਬੇ ਸਮੇਂ ਤੋਂ ਕਰੀਬ 1.5 ਸਾਲ ਤੋਂ ਅਸੀਂ ਕਹਿ ਸਕਦੇ ਹਾਂ ਲੰਮਾ ਸਮਾਂ ਹੋ ਚੁੱਕਾ ਇਸ ਮਸਲੇ ਨੂੰ। ਖਾਸ ਤੌਰ ਤੇ ਜਦੋਂ ਹਰਦੀਪ ਨਿੱਜਰ ਦੇ ਕਤਲकांड ਦੇ ਵਿੱਚ ਭਾਰਤ ਦੀ ਸ਼ਮੂਲੀਅਤ ਦਾ ਦਾਅਵਾ ਕੈਨੇਡਾ ਕਰਦਾ ਹੈ। ਹਾਲਾਂਕਿ ਪਹਿਲੇ ਦਿਨ ਤੋਂ ਕਿਹਾ ਜਾ ਰਿਹਾ ਖਾਸ ਤੌਰ ਤੇ ਭਾਰਤ ਦੇ ਵੱਲੋਂ ਇਹ ਕਿਹਾ ਗਿਆ ਕਿ ਕੋਈ ਠੋਸ ਸਬੂਤ ਕੈਨੇਡਾ ਜੇਕਰ ਪੇਸ਼ ਕਰ ਸਕਦਾ ਤਾਂ ਕਰੇ ਔਰ ਇਸ ਕਿਸਮ ਦੇ ਬੇਬੁਨਿਆਦ ਇਲਜ਼ਾਮ ਨਾ ਲਗਾਏ ਜਾਣ। They said in the days that followed, and very specifically and point blank put their allegations to you, particularly what came from Minister Jolie. The allegations that she makes are very serious, that you yourself are a person of interest in the murder of Hardeep Ninjar. Did you have anything to do with his murder? Nothing at all. No evidence presented, politically motivated. And more or less, if Mr. Trudeau or his colleagues know about it, is it not a crime not to file a charge sheet? Is it not a crime not to go the judicial process? But I mean, you're a person of interest. You haven't been accused of anything. They would like to ask you questions and therefore asked for you or your government to waive your diplomatic immunity so those questions could be asked. You would not do that. Well, see, on what basis? They should, if you are a defendant, for an example, which I'm not, then you will be shared with the evidence on the basis of which anything can take place. And that happens even if you have been caught for a petty crime. Well, actually, the RCMP here or policing forces can say they have evidence. They would like to ask you questions. They don't have to show that evidence right away. In the courts, if they charged you, for sure they would have to provide the evidence in order to get to a conviction. If I'm going for an interrogation, I need to know what I'm interrogated for. I need to know what are the evidence that you have so that I go prepared. Let me put to you what Minister Jolie said. The decision to expel these individuals was made with great consideration and only after the RCMP gathered ample, clear and concrete evidence which identified 6 individuals as persons of interest in the Ninjar case, one of whom is you. Which Vasi was never shared. Let me see what the concrete evidence she is talking about. As far as I'm concerned, she is talking politically. As far as I'm concerned, she has got nothing in her hand. Do you think, though, honestly, a country like this one that does have a history relationship with India would stand up and make an accusation like that without any evidence? In all seriousness, do you think that is the case? And why would you, again, not want to know what that evidence is? I want to know the evidence. But there has to be a way in seeking those evidence
and there has to be a way in confirming those evidence. And the first point is, please show me the evidence. And I have been talking about it from day one. Unless I know what I am being asked for, what are the evidence that you have, how do you prepare? ਤਾਂ ਇਹ ਸਾਰੀ ਵਾਰਤਾਲਾਪ ਹੋਈ ਹੈ ਇੱਕ ਸ਼ੋਅ ਦੇ ਵਿੱਚ, ਜਿਸ ਦੇ ਵਿੱਚ ਇੰਟਰਵਿਊ ਦੇ ਰਹੇ ਸਨ ਵਿਦੇਸ਼ ਮੰਤਰੀ। ਉਸ ਦੇ ਵਿੱਚ ਦਾਅਵਾ ਕਰ ਰਹੇ ਨੇ, ਹਾਲਾਂਕਿ ਜਦੋਂ ਸਵਾਲ ਕੀਤੇ ਜਾਂਦੇ ਨੇ ਕਿ ਭਾਰਤ ਪਹਿਲੇ ਦਿਨ ਤੋਂ ਕਹਿ ਰਿਹਾ ਕੋਈ ਸਬੂਤ ਦਿਓ, ਤਾਂ नीरज कुमार मेरे सहयोगी फोन लाइन पे मौजूद ने। नीरज, बड़ा मसला काफ़ी लंबे समय से चल रहा है, लेकिन अभी की बात की जाए तो भारतीय हाई कमिश्नर की ओर से ये कहा गया कि बिल्कुल बेबुनियाद है, ये इल्ज़ाम सिर्फ और सिर्फ सियासत से प्रेरित है। देखिए, सबसे इम्पोर्टेंट बात यह है, अगर इस पूरे इंटरव्यू की बात करें जो भारतीय उच्चायुक्त संजय वर्मा ने कहा है, 5 महत्वपूर्ण पॉइंट है। पहला पॉइंट भी यह है कि अब तक कनाडा की तरफ से कोई एविडेंस नहीं दिया गया कि आखिर उनके पास सबूत क्या है जो आरोप लगा रहे। दूसरी महत्वपूर्ण बात, जो उनपे खुद पे आरोप लगाए गए कि वो भी इंटरेस्ट में यानी जांच के दायरे में आएंगे, उस बारे में भी कोई भी उनके पास सबूत नहीं रखे गए, और इसके अलावा उन्होंने अपने ऊपर लगे आरोपों को सीधे तौर पे खारिज किया है। तीसरी महत्वपूर्ण बात यह है गुरजोत की उन्होंने आरोप लगाया है कि जो भी खालिस्तानी एक्सट्रीमिस्ट हैं वो वहां की खुफिया एजेंसी के लिए डीप एसेट्स के तौर पे काम कर रहे हैं, और ट्रूडो के शासनकाल में संबंध खराब हुए हैं, वहां बढ़ावा दिया जा रहा है खालिस्तानी आतंकियों को, अलगाववादियों को। चौथी महत्वपूर्ण बात यह है कि उन्होंने ये भी आरोप लगाया कि जब के बारे में बात की कनाडा के अधिकारियों ने, तो उन्होंने एजेंडा नहीं दिया। किसी देश के दौरे पर आप जाते हो, दूसरे देश के दौरे पे, तो आपको एजेंडा देना होता है। तीसरी महत्वपूर्ण बात की क्या वहां भारत विरोधी जो खालिस्तान समर्थक लोग हैं उन पर नजर रखी जाती है, तो उन्होंने इस बात को स्वीकारा है कि ओवर्ट तौर पे यानी खुले तौर पे वो जानकारी रखते हैं, क्योंकि वो भारत के खिलाफ है, इसलिए जानकारी रखने का अधिकार है अगर किसी दूसरे देश में भारत विरोधी कोई अभियान चलता है। तो ये 5 महत्वपूर्ण बातें हैं, और पांचों बातों से ये साफ हो गया है कि जो एविडेंस की बात कनाडा बार बार कह रहा है, उन्होंने ट्रूडो का ये भी हवाला दिया कि खुद ट्रूडो ने कहा है कि उनके पास कोई हार्ड एविडेंस नहीं है। इन तमाम बातों का हवाला देते हुए पहला इंटरव्यू इस पूरे विवाद के बाद आया है संजय कुमार वर्मा का, और ये इंटरव्यू अपने आप में इस मायने में खास है कि एपी सेंटर ऑफ द न्यूज कह सकते हैं इस पूरे मामले में, हाल के डेवलपमेंट में वो संजय कुमार वर्मा रहे, क्योंकि इन पर जब कनाडा की सरकार ने आरोप लगाया तो भारत की तरफ से भी कार्रवाई की गई, और कनाडा तो कार्रवाई कर ही रहा है अपनी तरफ से। ठीक है, बिल्कुल, बहुत बहुत शुक्रिया नीरज तमाम जानकारी के लिए। तो कुल मिला के वड्डा मसला है, और इस दे विच हुण हाई कमिश्नर का जो बयान है इस दे विच कनाडा सरकार नूं घेरे दे विच लिया गया। ਅੱਗੇ ਵਧਾਂਗੇ, ਇੱਕ ਹੋਰ ਵੱਡੀ ਖਬਰ ਦਾ ਜ਼ਿਕਰ ਕਰਾਂਗੇ। ਹੁਸ਼ਿਆਰਪੁਰ ਦੇ ਵਿੱਚ ਗੋਲੀਆਂ ਮਾਰ ਕੇ ਪਿਓ ਪੁੱਤ ਦਾ ਕਤਲ ਕਰ ਦਿੱਤਾ ਗਿਆ ਹੈ। ਹਮਲਾਵਰਾਂ ਨੇ ਗੱਡੀ ਨੂੰ ਘੇਰ ਕੇ ਗੋਲੀਆਂ ਚਲਾਈਆਂ ਨੇ। ਹਸਪਤਾਲ ਦੇ ਬਾਹਰ ਦੱਸੇ ਕਿ ਬਾਈਕ ਸਵਾਰਾਂ ਨੇ ਫਾਇਰਿੰਗ ਕੀਤੀ ਹੈ। 60 ਸਾਲਾ ਕਸ਼ਮੀਰੀ ਲਾਲ ਹੈ ਔਰ ਉਸਦਾ ਬੇਟਾ ਹੈ ਅਮਰਜੀਤ 35 ਸਾਲਾ, ਜਿਸ ਦੀ ਮੌਤ ਹੋ ਗਈ ਹੈ। ਛर्रे ਲੱਗਣ ਨਾਲ 2 ਮਾਸੂਮ ਬੱਚੇ ਨੇ 5-5 ਸਾਲ ਦੇ, ਜਿਨ੍ਹਾਂ ਨੂੰ ਇਲਾਜ ਦੇ ਲਈ ਭਰਤੀ ਕਰਾਇਆ ਗਿਆ, ਜੋ ਜ਼ਖਮੀ ਹੋਏ ਨੇ। ਔਰ ਜ਼ਖਮੀ ਬੱਚਿਆਂ 'ਚ ਇੱਕ ਮ੍ਰਿਤਕ ਅਮਰਜੀਤ ਦਾ ਬੇਟਾ ਹੈ ਔਰ ਦੂਜਾ ਉਸਦਾ ਭਤੀਜਾ ਹੈ। ਤਾਂ ਹੁਸ਼ਿਆਰਪੁਰ ਦਾ ਚੱਕੋਵਾਲ ਬ੍ਰਾਹਮਣਾ ਇਹ ਪਿੰਡ ਹੈ ਜਿੱਥੇ ਵਾਰਦਾਤ ਹੋਈ ਹੈ, ਔਰ ਇਹ ਦੱਸਿਆ ਜਾ ਰਿਹਾ ਕਿ ਨਾਰ ਦੇ ਪਿੰਡ ਦੇ ਕੁਝ ਲੋਕਾਂ ਦੇ ਨਾਲ ਪੁਰਾਣੀ ਰੰਜਿਸ਼ ਸੀ, ਜਿਸ ਦੀ ਵਜ੍ਹਾ ਦੇ ਨਾਲ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਇਹ ਹਸਪਤਾਲ 'ਚ ਨਵ ਜੰਮੇ ਬੱਚੇ ਨੂੰ ਵੇਖਣ ਗਏ ਸੀ। ਪਿੰਡ ਤਲਵੰਡੀ ਅਰਾਈਆਂ ਦੇ ਰਹਿਣ ਵਾਲੇ ਸਨ ਇਹ ਸਾਰੇ, ਔਰ ਪੁਰਾਣੀ ਰੰਜਿਸ਼ ਦੱਸੀ ਜਾ ਰਹੀ ਹੈ ਵਜ੍ਹਾ। ਦਰਅਸਲ ਮ੍ਰਿਤਕ ਅਮਰਜੀਤ ਦੇ ਭਰਾ ਦੇ ਬੇਟੇ ਦੇ ਘਰ ਮ੍ਰਿਤਕ ਅਮਰਜੀਤ ਦੇ ਭਰਾ ਦੇ ਘਰ ਬੇਟੇ ਨੇ ਜਨਮ ਲਿਆ ਸੀ, ਔਰ ਉਸ ਨੂੰ ਵੇਖਣ ਦੇ ਲਈ ਸਾਰੇ ਗਏ ਹੋਏ ਸਨ। ਤਾਂ ਵੱਡੀ ਵਾਰਦਾਤ ਹੋਈ, ਔਰ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਇਹ ਉਹੀ ਗੱਡੀ ਹੈ ਜਿਸ ਦੇ ਵਿੱਚ ਬੈਠੇ ਹੋਏ ਸਨ, ਔਰ ਇਸੇ ਗੱਡੀ ਦੇ ਵਿੱਚ ਜਿਹੜੀ ਇਹ ਮ੍ਰਿਤਕ ਦੇ ਵੀ ਪਈ ਹੈ। ਤਾਂ ਚੱਕੋਵਾਲ ਬ੍ਰਾਹਮਣਾ ਪਿੰਡ ਤੋਂ ਸਾਡੇ ਸਹਿਯੋਗੀ ਅਮਰੀਕ ਕੁਮਾਰ ਲਾਈਵ ਮੌਜੂਦ ਨੇ ਇਸ ਵੇਲੇ। ਅਮਰੀਕ, ਇਹਨਾਂ ਕੁਝ ਘੰਟਿਆਂ ਦੇ ਵਿੱਚ ਕੀ ਕਾਰਵਾਈ ਜਿਹੜੀ ਹੈ ਹੁਣ ਤੱਕ ਵੇਖਣ ਨੂੰ ਮਿਲੀ ਹੈ? ਕੀ ਨਵੇਂ ਕਲੂਜ਼ ਪੁਲਿਸ ਨੂੰ ਮਿਲੇ ਨੇ? ਔਰ ਇਹ ਦੱਸਿਆ ਜਾ ਰਿਹਾ ਹੈ ਕਿ ਬਾਈ ਨੇਮ ਵੀ ਕੁਝ ਵੱਡੀ ਗਿਣਤੀ ਹੈ ਲੋਕਾਂ ਦੀ ਜਿਨ੍ਹਾਂ ਤੇ ਪਰਚਾ ਦਰਜ ਹੋਇਆ, ਔਰ ਕੀ ਇਹ ਕਨਫਰਮ ਹੋ ਪਾਇਆ ਹੈ ਕਿ ਕਿੰਨੇ ਲੋਕ ਜਿਹੜਾ ਹੈ ਉਹ ਆਏ ਸਨ ਹਮਲਾਵਰ ਔਰ ਫਾਇਰਿੰਗ ਕੀਤੀ ਗਈ ਹੈ? ਜੀ ਗੁਰਜੋਤ, ਜੇ ਗੱਲ ਕੀਤੀ ਜਾਵੇ ਤਾਂ ਬੀਤੀ ਦੇਰ ਰਾਤ ਦੀ ਇਹ ਘਟਨਾ ਆ। ਅਸੀਂ ਇਸ ਵਕਤ ਉਸ ਚੱਕੋਵਾਲ ਦੇ ਸਪੌਟ ਤੇ ਖੜੇ ਆ ਜਿੱਥੇ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਹ ਚੱਕੋਵਾਲ ਦਾ ਉਹੀ ਹਸਪੀਟਲ ਹੈ ਜਿੱਥੇ ਅਮਰਜੀਤ ਦੇ ਭਰਾ ਦੇ ਘਰ ਬੇਟਾ ਹੋਇਆ ਸੀ ਅਤੇ ਜਿਸ ਨੂੰ ਰੋਟੀ ਦੇ ਕੇ ਉਹ ਵਾਪਸ ਆ ਰਹੇ ਸਨ, ਅਤੇ 7 ਤੋਂ 8 ਹਮਲਾਵਰ ਗੁਰਜੋਤ ਦੱਸੇ ਜਾ ਰਹੇ ਹਨ ਕਿ ਜੋ ਪਹਿਲਾਂ ਤੋਂ ਹੀ ਘਾਤ ਲਗਾ ਕੇ ਖੜੇ ਸਨ, ਤੇ ਜਿਨ੍ਹਾਂ ਨੇ ਜਿਵੇਂ ਹੀ ਗੱਡੀ ਗੇਟ ਤੋਂ ਹਸਪੀਟਲ ਦੇ ਬਾਹਰ ਆਉਂਦੀ ਹੈ ਤਾਂ ਸ਼ੀਸ਼ਾ ਤੋੜ ਕੇ, ਡਰਾਈਵਰ ਸਾਈਡ ਦਾ ਸ਼ੀਸ਼ਾ ਤੋੜ ਕੇ ਉਹਨਾਂ ਵੱਲੋਂ ਤਾਬੜਤੋੜ ਫਾਇਰਿੰਗ ਕੀਤੀ ਜਾਂਦੀ ਹੈ,
ਜਿਸ ਦੇ ਵਿੱਚ ਅਮਰਜੀਤ ਅਤੇ ਉਸ ਦੇ ਪਿਤਾ ਕਸ਼ਮੀਰੀ ਲਾਲ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ। ਤੇ ਜੇਕਰ ਪੁਲਿਸ ਦੀ ਗੱਲ ਕੀਤੀ ਜਾਵੇ ਤਾਂ ਪੁਲਿਸ ਨੇ ਹੁਣ ਤੱਕ 11 ਲੋਕਾਂ ਦੇ ਬਾਈ ਨੇਮ ਅਤੇ 2 ਲੋਕਾਂ ਦੇ ਖਿਲਾਫ ਅਨਨੋਨ ਦੇ ਖਿਲਾਫ ਪਰਚਾ ਦਰਜ ਕਰ ਲਿਆ ਹੈ ਤੇ ਵੱਖ-ਵੱਖ ਧਾਰਾਵਾਂ ਦੇ ਤਹਿਤ। ਤੇ ਪੁਲਿਸ ਦਾ ਵੀ ਇਹੀ ਕਹਿਣਾ ਹੈ, ਸਾਡੀ ਐਸਐਸਪੀ ਨਾਲ ਵੀ ਗੱਲ ਹੋਈ ਹੈ ਕਿ ਵੱਖ-ਵੱਖ ਟੀਮਾਂ ਬਣਾ ਦਿੱਤੀਆਂ ਗਈਆਂ ਹਨ ਅਤੇ ਜਲਦੀ ਆਰੋਪੀਆਂ ਨੂੰ ਕਾਬੂ ਕਰ ਲਿਆ ਜਾਵੇਗਾ। ਜੀ ਗੁਰਜੋਤ, ਇਸ ਤੋਂ ਇਹ ਪਤਾ ਲੱਗਦਾ ਹੈ ਅਮਰੀਕ ਕਿ ਕੋਈ ਗ੍ਰਿਫਤਾਰੀ ਤਾਂ ਅਜੇ ਤੱਕ ਦੇਖੋ ਨਹੀਂ ਹੋਈ ਹੈ ਔਰ ਪੁਲਿਸ ਕੀ ਕਹਿ ਰਹੀ ਹੈ। ਬਹੁਤ ਆਸਾਨੀ ਦੇ ਨਾਲ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਗਿਆ। ਇੱਕ ਹਸਪਤਾਲ ਜਿੱਥੇ ਬਹੁਤ ਵੱਡੀ ਗਿਣਤੀ 'ਚ ਲੋਕ ਮਰੀਜ਼ ਮੌਜੂਦ ਹੁੰਦੇ ਨੇ ਔਰ ਸ਼ਰੇਆਮ ਆ ਕੇ ਇਸ ਕਿਸਮ ਦੇ ਨਾਲ ਫਾਇਰਿੰਗ ਕਰ ਦਿੱਤੀ ਗਈ ਹੈ। ਕਿ ਕੁਝ ਹੋਰ ਇਸ ਦੇ ਵਿੱਚ ਜਾਣਕਾਰੀ ਹੈ, ਕਿਉਂਕਿ ਆਪਣੇ ਆਪ ਦੇ ਵਿੱਚ ਇੱਕ ਵੱਡਾ ਘਟਨਾਕ੍ਰਮ ਹੈ। ਬੇਸ਼ੱਕ ਉਹ ਅਸੀਂ ਕਹਿ ਸਕਦੇ ਹਾਂ ਕਿ ਪਹਾੜੇ ਤੇ ਲਿਆਂਦੇ ਹੋਏ ਹਮਲਾਵਰ ਹੋਣ ਜਾਂ ਫਿਰ ਖੁਦ ਉਹ ਲੋਕ ਆਏ ਹੋਣ ਜਿਨ੍ਹਾਂ ਨੇ ਗੋਲੀਆਂ ਚਲਾਈਆਂ। ਜੀ ਜ਼ਰੂਰ ਗੁਰਜੋਤ, ਇਹ ਬਹੁਤ ਵੱਡੀ ਵਾਰਦਾਤ ਹੈ। ਦੇਖਿਆ ਜਾਵੇ ਤਾਂ ਮੇਨ ਰੋਡ ਦੇ ਨਾਲ ਲੱਗਦਾ ਹੈ ਸਿਵਲ ਹਸਪੀਟਲ ਹੈ ਚੱਕੋਵਾਲ, ਵੱਡਾ CHC ਸੈਂਟਰ ਹੈ ਜਿੱਥੇ ਤਕਰੀਬਨ ਦਿਨ ਦੇ ਵੇਲੇ ਗੱਲ ਕੀਤੀ ਜਾਵੇ ਤਾਂ ਇਸ ਵਕਤ ਵੀ ਲੋਕਾਂ ਦੀ ਚਹਿਲ ਪਹਿਲ ਕਾਫੀ ਹੈ ਤੇ ਉਸ ਵਕਤ ਵੀ ਦੱਸਿਆ ਜਾ ਰਿਹਾ ਹੈ ਤੇ ਸਾਹਮਣੇ ਹੀ ਦੁਕਾਨਾਂ ਵੀ ਹਨ ਅਤੇ ਦੁਕਾਨਾਂ ਦੇ ਨਾਲ ਹੀ ਰੋਡ ਵਗਦਾ ਹੈ ਤੇ ਬਹੁਤ ਵੱਡੀ ਵਾਰਦਾਤ ਨੂੰ ਅੰਜਾਮ ਜਿਹੜਾ ਠੀਕ ਹੈ ਅਮਰੀਕ, ਮੈਂ ਰੋਕ ਰਹੀ ਹਾਂ ਤੁਹਾਨੂੰ। ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ SSP ਸੁਰਿੰਦਰ ਲਾਂਬਾ ਜੀ। ਸਰ ਸਵਾਗਤ ਹੈ ਨਿਊਜ਼ 18 ਪੰਜਾਬ ਤੇ। जी थैंक यू जी, सवाल यही है कि जो वड्डी घटनाएं वापरी है, शरेआम आके 2 जणियां दा कत्ल कर दिता गया, 2 बच्चे जख्मी ने। हुण तक की जानकारी है सर पूरी, किन्ने लोग आए सन और किवें सारा घटनाक्रम होया है? जी बड़ा अनफॉर्चुनेट इंसीडेंट होया। ਇਹਦੇ ਵਿੱਚ ਜਿਹੜਾ ਪ੍ਰਾਇਮਰੀ ਜਦੋਂ ਪੁਲਿਸ ਨੂੰ ਰਿਪੋਰਟ ਕੀਤਾ ਗਿਆ ਹੈਗਾ ਤੇ ਪੁਲਿਸ ਨੇ ਜਾ ਕੇ ਹੁਣ ਤੱਕ ਦੀ ਸਾਡੀ ਜਿਹੜੀ ਇਨਵੈਸਟੀਗੇਸ਼ਨ ਹੈਗੀ ਉਹਦੇ ਆਧਾਰ ਤੇ ਨਾਲ ਹੀ ਜਿਹੜੇ ਵਿਕਟਿਮ ਪਾਰਟੀ ਹੈਗੀ ਉਹਨਾਂ ਦੇ ਸਟੇਟਮੈਂਟ ਦੇ ਆਧਾਰ ਤੇ ਕਾਫੀ ਅਕਿਊਜ਼ਡ ਇਸ 'ਚ ਆਈਡੈਂਟੀਫਾਈ ਕਰ ਲਿੱਤੇ ਗਏ ਹਨ, ਜਿਹਦੇ ਵਿੱਚ ਜਿਹੜੇ ਹਮਲਾਵਰ ਸੀਗੇ ਉਹਨਾਂ ਦੀ ਪਛਾਣ ਵੀ ਕਰ ਲਿੱਤੀ ਗਈ ਹੈਗੀ ਤੇ ਸਾਡੀ 4 ਡੈਡੀਕੇਟਿਡ ਟੀਮਸ ਅਸੀਂ ਬਣਾਈ ਹੈਗੀ ਜਿਹੜੀ ਰੇਡ ਤੇ ਲੱਗੀ ਹੋਈਆਂ ਹੈਗੀਆਂ ਤੇ ਜਲਦੀ ਜਿਹੜੇ ਅਕਿਊਜ਼ਡ ਹੈਗੇ ਹਮਲਾਵਰ ਉਹ ਫੜ ਲਿੱਤੇ ਜਾਣਗੇ। ਕਿੰਨੀ ਗਿਣਤੀ 'ਚ ਸਰ ਲੋਕ ਸੀਗੇ ਇਹ ਜਿਹੜੇ ਆਏ ਨੇ ਹਮਲਾਵਰ? ਉਹ ਹੁਣ ਤੱਕ ਜਿਹੜਾ ਹੈਗਾ ਉਹ ਪ੍ਰਾਇਮਰੀ ਪੁਲਿਸ ਦੀ ਇਨਵੈਸਟੀਗੇਸ਼ਨ ਤੇ ਜਿਹੜੀ ਫੈਮਿਲੀ ਦੇ ਐਲੀਗੇਸ਼ਨਸ ਹੈਗੇ ਉਹਨਾਂ ਨੂੰ ਕੋਰੋਬਰੇਟ ਕਰਨ ਦੀ ਲੋੜ ਹੈਗੀ। 3 ਤੋਂ 4 ਲੋਕ ਹੋ ਸਕਦੇ ਨੇ ਉਸ ਚੀਜ਼ 'ਚ। 2 ਲੋਕਾਂ ਦੀ ਆਈਡੈਂਟੀਫਿਕੇਸ਼ਨ ਉਸ ਚੀਜ਼ 'ਚ ਹੋ ਚੁੱਕੀ ਹੈਗੀ। ਬਾਕੀ ਅਸੀਂ ਹੋਰ CCTV ਫੁਟੇਜ ਤੇ ਸਾਰੇ ਵੈਰੀਫਾਈ ਕਰਕੇ ਔਰ ਫਿਰ ਇਨਵੈਸਟੀਗੇਸ਼ਨ 'ਚ ਲੈ ਕੇ ਆਵਾਂਗੇ। ਤੁਸੀਂ ਦੱਸ ਰਹੇ ਹੋ ਸਰ ਕਿ ਆਇਡੈਂਟੀਫਾਈ ਹੋ ਗਏ ਨੇ ਹਮਲਾਵਰ, ਕਿ ਇਹ ਕਿਰਾਏ ਤੇ ਲਿਆਂਦੇ ਹੋਏ ਹਮਲਾਵਰ ਸੀ, ਇਹ ਖੁਦ ਉਹ ਲੋਕ ਸਨ ਜਿਨ੍ਹਾਂ ਦੀ ਰੰਜਿਸ਼ ਦੱਸੀ ਜਾ ਰਹੀ ਹੈ ਇਸ ਪਰਿਵਾਰ ਦੇ ਨਾਲ? ਬੇਸਿਕਲੀ ਇਸ ਚੀਜ਼ 'ਚ ਇੱਕ ਚੀਜ਼ ਇੰਪੋਰਟੈਂਟ ਹੈ ਕਿ ਪਹਿਲਾਂ ਤੋਂ ਪਰਿਵਾਰ ਦਾ ਇੱਕ ਮੁੰਡਾ ਹੈਗਾ, ਉਹਦੀ ਤੇ ਜਿਹੜੇ ਹਮਲਾਵਰ ਆਇਡੈਂਟੀਫਾਈ ਹੋਏ ਹੈਗੇ ਉਹਨਾਂ ਦੀ ਆਪਸ 'ਚ ਕਾਫੀ ਦਿਨਾਂ ਤੋਂ ਸਾਲ 2019-20 ਤੋਂ ਵੱਖਰੇ ਕੇਸਾਂ 'ਚ ਇੱਕ ਦੂਜੇ ਤੇ ਮੁਕੱਦਮੇ ਦਰਜ ਹੋਏ ਹੋਏ ਹੈਗੇ ਤੇ ਉਸੇ ਸੰਬੰਧ 'ਚ ਸਾਨੂੰ ਸਸਪੈਕਟਡ ਹੈਗਾ ਕਿ ਆਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈਗਾ। ਬਾਕੀ ਅਸੀਂ ਜਦੋਂ ਇਨਵੈਸਟੀਗੇਸ਼ਨ ਨੂੰ ਅੱਗੇ ਵਧਾਵਾਂਗੇ ਤੇ ਉਸ ਤੋਂ ਜੋ ਡਿਟੇਲਸ ਸਾਹਮਣੇ ਆਉਣਗੀਆਂ ਉਹਦੇ ਆਧਾਰ ਤੇ ਸਾਡੇ ਨਾਲ ਹੋਰ ਸ਼ੇਅਰ ਕਰਾਂਗੇ। ਮੌਕੇ ਤੇ ਸਰ ਕਿੰਨੀਆਂ ਗੋਲੀਆਂ ਚੱਲੀਆਂ ਨੇ ਕੁੱਲ? ਕੋਈ ਅਜੇ ਤੱਕ ਲਗਭਗ ਜਿਹੜਾ ਸਾਡਾ ਜਿਹੜਾ ਪ੍ਰਾਇਮਰੀ ਜਿਹੜਾ ਫੈਕਟ ਵੈਰੀਫਿਕੇਸ਼ਨ ਹੈਗਾ ਉਹਦੇ ਆਧਾਰ ਤੇ 6 ਰਾਉਂਡ ਫਾਇਰ ਕੀਤੇ ਗਏ। ਤੇ ਪਰਿਵਾਰ ਇਸ ਵੇਲੇ ਕੀ ਕੁਝ ਕਹਿ ਰਿਹਾ ਹੈ, ਕਿਉਂਕਿ 2 ਬੱਚੇ ਵੀ ਦੱਸੇ ਜਾ ਰਹੇ ਨੇ ਜ਼ਖਮੀ ਨੇ? ਜੀ ਲੱਕੀਲੀ ਚਲੋ ਬੱਚੇ ਆਊਟ ਆਫ ਡੇਂਜਰ ਹੈਗੇ ਤੇ ਉਹ ਅੰਡਰ ਟ੍ਰੀਟਮੈਂਟ ਹੈਗੇ, ਬਟ ਅਨਫੋਰਚੂਨੇਟਲੀ ਜਿਹੜੇ ਫਾਦਰ ਤੇ ਸਨ ਸੀਗੇ ਉਹਨਾਂ ਦੀ ਡੈਥ ਹੋ ਗਈ ਤੇ ਬਾਕੀ ਜੋ ਵੀ ਫੈਮਿਲੀ ਦੇ ਸਟੇਟਮੈਂਟ ਸੀਗੇ ਉਹਦੇ ਆਧਾਰ ਤੇ FIR ਦਰਜ ਕਰ ਲਿੱਤਾ ਗਿਆ ਹੈਗਾ। ਅਸੀਂ ਆਗੇ ਇਨਵੈਸਟੀਗੇਟ ਕਰ ਰਹੇ ਹਾਂ। ਅਖੀਰਲਾ ਸਵਾਲ ਹੈ ਸਰ ਜੀ, CCTV ਹੈ ਉੱਥੇ ਕੋਈ ਅਜਿਹੇ ਕੋਈ ਪੁਖਤਾ ਸਬੂਤ ਹੋਣ ਜੋ ਸਾਰੀ ਵਾਰਦਾਤ ਨੂੰ ਦੱਸਦੇ ਹੋਣ? ਉਹ ਸਾਰਾ ਵੈਰੀਫਿਕੇਸ਼ਨ ਇਨਵੈਸਟੀਗੇਸ਼ਨ ਦੇ ਪਾਰਟ ਵਜੋਂ ਚੱਲ ਰਿਹਾ ਹੈਗਾ ਜੀ। ਠੀਕ ਹੈ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ ਜੁੜਨ ਦੇ ਲਈ ਨਿਊਜ਼ 18 ਦੇ ਨਾਲ। ਤਾਂ ਸੁਰਿੰਦਰ ਲਾਂਬਾ SSP ਹੁਸ਼ਿਆਰਪੁਰ ਸਾਡੇ ਨਾਲ ਫੋਨ ਲਾਈਨ ਤੇ ਸੀ ਔਰ ਉਹਨਾਂ ਨੇ ਦੱਸਿਆ ਕਿ 3 ਤੋਂ 4 ਜਣੇ, ਜੇਕਰ ਹੁਣ ਤੱਕ ਦੀ ਗੱਲ ਕੀਤੀ ਜਾਏ ਪੁਲਿਸ ਦੀ ਸਟੇਟਮੈਂਟ ਦੇ ਮੁਤਾਬਿਕ 3 ਤੋਂ 4 ਇਹ ਹਮਲਾਵਰ ਹੋ ਸਕਦੇ ਨੇ ਔਰ ਕੁੱਲ ਮਿਲਾ ਕੇ ਵੱਡੀ ਵਾਰਦਾਤ ਹੋਈ ਹੈ। 2 ਬੱਚੇ ਜਿਹੜੇ ਨੇ ਉਹ ਜ਼ਖਮੀ ਸਨ ਪਰ ਕਿਤੇ ਨਾ ਕਿਤੇ ਆਊਟ ਆਫ ਡੇਂਜਰ ਦੱਸੇ ਜਾ ਰਹੇ ਨੇ ਔਰ ਦੂਸਰੇ ਪਾਸੇ 2 ਜਣਿਆਂ ਦੀ ਮੌਤ ਹੋ ਗਈ ਹੈ ਔਰ ਦਰਦਨਾਕ ਅਸੀਂ ਕਹਿ ਸਕਦੇ ਘਟਨਾਕ੍ਰਮ ਵਾਪਰਿਆ। ਬਹੁਤ ਸਾਰੀਆਂ ਗੋਲੀਆਂ ਉੱਥੇ ਚੱਲੀਆਂ ਨੇ। ਇਨਵੈਸਟੀਗੇਸ਼ਨ ਦਾ ਪਾਰਟ ਹੈ, ਬਹੁਤ ਸਾਰੀਆਂ ਚੀਜ਼ਾਂ ਉਸ ਦਾ ਵੀ ਖੁਲਾਸਾ ਨਹੀਂ ਕਰਦੇ ਹੋਏ SSP ਨਜ਼ਰ ਆਏ, ਪਰ ਇੰਨਾ ਜ਼ਰੂਰ ਹੈ ਕਿ ਛਾਤੀ ਵਿੱਚ ਗੋਲੀਆਂ ਲੱਗੀਆਂ ਨੇ। ਨੌਜਵਾਨ ਦੀ ਪਹਿਲਾਂ ਤੋਂ ਹੀ ਰੰਜਿਸ਼ ਦੱਸੀ ਜਾ ਰਹੀ, 2019 ਤੋਂ ਕਰੀਬ 4-5 ਸਾਲ ਹੋ ਚੁੱਕੇ ਨੇ ਤਾਂ ਉਸ ਵੇਲੇ ਤੋਂ ਹੀ ਸਾਰਾ ਇਹਨਾਂ ਦਾ ਆਪਸੀ ਵਿਵਾਦ ਇਹ ਚੱਲਦਾ ਆ ਰਿਹਾ ਤੇ ਜਿਸ ਦੀ ਵਜ੍ਹਾ ਦੇ ਨਾਲ ਇਹ ਸਾਰੀ ਘਟਨਾ ਵਾਪਰੀ ਹੈ। ਭਾਈ ਹਸਪੀਟਲ ਮੇਰੇ ਬੱਚਾ ਹੋਇਆ ਸੀਗਾ ਜੀ, ਅਸੀਂ ਉੱਥੇ ਗਏ ਸੀਗੇ ਤੇ ਵਾਪਸ ਘਰ ਚੱਲੇ ਸੀਗੇ। ਭਰਾ ਗੱਡੀ ਚਲਾਉਣ ਡਿਆ ਸੀ ਤੇ ਵਾਪਸ ਮੇਰੇ ਫਾਦਰ ਸਾਹਿਬ ਸਾਈਡ ਤੇ ਬੈਠੇ ਸੀਗੇ
ਮੈਂ ਪਿੱਛੇ ਸੀਗਾ ਹਸਪੀਟਲ ਦੇ ਅੰਦਰ ਸੀਗਾ ਤੇ ਉਹਨਾਂ ਨੇ ਆਉਂਦੇ ਗੋਲੀਆਂ ਚਲਾਉਣੀਆਂ ਆਲੇ ਦੁਆਲੇ 2 ਮੋਟਰਸਾਈਕਲ ਤੇ ਸੀਗੇ। ਉਹਨਾਂ ਗੋਲੀਆਂ ਚਲਾਉਣੀਆਂ ਸ਼ੁਰੂ ਕਰਤੀਆਂ, ਗੋਲੀਆਂ ਮਾਰੀਆਂ ਮੇਰੇ ਫਾਦਰ ਤੇ ਮੇਰੇ ਬ੍ਰਦਰ ਤੇ। ਸੀਗੇ ਸਭ ਤੋਂ ਭਾਜੀ ਕੌਣ ਸੀਗੇ ਬੰਦੇ ਉਹ, ਕੀ ਉਹਨਾਂ ਨੇ ਕਿਉਂ ਉਹਨਾਂ ਨੇ ਇਹ ਕੀਤਾ? ਉਹਨਾਂ ਦੇ ਕਿੰਨੇ ਬੰਦੇ ਸੀਗੇ? 7-8 ਬੰਦੇ ਸੀਗੇ ਜੀ। ਸੀਗੇ ਕੌਣ ਸਾਬੀ ਭਾਜੀ? ਉਹ ਸੀਗੇ ਜੀ ਰਾਮਪੁਰ ਚਲੁੱਪਰ ਦੇ ਸੀਗੇ ਜੀ। ਉਹਨਾਂ ਨੇ ਜੋ ਪੁਰਾਣੀ ਲੜਾਈ ਹੈ ਸਭ ਤੋਂ ਜਾਂ ਪੁਰਾਣੀ ਹਾਂਜੀ ਚੱਲਦੀ ਜੀ ਪੁਰਾਣੀ। ਠੀਕ ਹੈ ਤੇ ਕਿਹਦੀ ਡੈਥ ਹੋਈ? ਡੈਥ ਮੇਰੇ ਫਾਦਰ ਸਾਹਿਬ ਦੀ ਹੋਈ ਹੈ ਤੇ ਮੇਰੇ ਬ੍ਰਦਰ ਦੀ ਹੋ ਗਈ ਜੀ। ਬੱਚੇ ਠੀਕ ਨੇ? ਬੱਚਿਆਂ ਦਾ ਪਤਾ ਨਹੀਂ ਜੀ ਅਜੇ, ਬੱਚੇ ਲੈ ਦੂਜੀ ਵਾਰ ਗੋਲੀਆਂ ਚਲਾਉਣ ਆ ਗਏ, ਪਹਿਲਾਂ ਵੀ ਗੋਲੀਆਂ ਨਹੀਂ ਚਲਾਉਣ ਆ ਗਏ, ਉਦੋਂ ਮਸੀਂ ਬਚਾਅ ਹੋਏ ਤੇ ਡੈਡੀ ਤੇ ਸਕੈਨ ਕਰੋ ਰਾਜ ਦੇ ਤੁਰੇ ਹੋ ਸੀਗੇ ਪਥਰੀ ਸੀ ਡੈਡੀ ਦੇ, ਉਦੋਂ ਵੀ ਉਹਨਾਂ ਦਾ ਬਚਾਅ ਹੋਇਆ ਮਸੀਂ। ਗੱਡੀ ਗੁੱਡੀ ਚ ਗੋਲੀਆਂ ਲੱਗੀਆਂ ਉਦੋਂ ਵੀ। ਭਾਜੀ ਇਹ ਕੀ ਮੈਟਰ ਹੋਇਆ ਜੀ? ਇਹ ਕੁਝ ਨਹੀਂ ਪਤਾ ਸਾਨੂੰ ਤਾਂ। ਇਹਦਾ ਛੋਟੇ ਬੇਟਾ ਹੋਇਆ ਤੇ ਉੱਥੇ ਰੋਟੀ ਦੇਣ ਆਏ ਆ, ਕੋਈ ਇੰਟੈਂਸ਼ਨ ਨਹੀਂ ਏਦਾਂ ਦੀ, ਕੋਈ ਦੁਸ਼ਮਣੀ ਨਹੀਂ, ਕੋਈ ਕੁਝ ਨਹੀਂ। ਧਮਕੀਆਂ ਆਉਂਦੀਆਂ ਸੀ ਜਾਂ ਜੋ ਵੀ ਸੀਗਾ ਸਾਰਾ, ਸਾਨੂੰ ਤਾਂ ਬਸ ਫੋਨ ਆਇਆ ਤੇ ਪਤਾ ਲੱਗਾ ਵੀ ਮਤਲਬ ਏਦਾਂ ਦਾ ਕਰਕੇ ਹੋਇਆ। ਤੇ ਪਿਓ ਦੇ ਵੀ ਨਾਲ ਔਰ ਛੋਟੇ ਬੱਚਿਆਂ ਦੇ ਵੀ ਨਾਲ ਐਡੀ ਗੁੰਡਾਗਰਦੀ, ਐਡੀ ਦਰਿੰਦਗੀ ਜਿਹੜੀ ਆ। ਕਿੰਨੀਆਂ ਗੋਲੀਆਂ ਕਿੰਨੀਆਂ ਵੱਜੀਆਂ ਅੰਕਲ ਜੀ? ਬਹੁਤ ਮੈਨੂੰ ਲੱਗਦਾ ਵੀ ਗਿਣਤੀ ਹੁੰਦੀਆਂ। ਉਹਦੇ ਨੱਕ ਤੋਂ, ਉਹਦੇ ਇੱਥੇ ਛਾਤੀ 'ਚ, ਉਹਦੇ ਮੁੰਡੇ ਦੇ ਬਹੁਤ ਸਾਰਾ 3 ਵੱਜੀਆਂ ਅੰਕਲ ਦੇ। ਕੋਈ ਕਾਰਵਾਈ ਨਹੀਂ? ਕੋਈ ਅਜੇ ਤੱਕ 2 ਘੰਟੇ ਹੋ ਗਏ ਆ ਦੱਸਦੇ ਵੀ। ਬੰਦੇ ਹੋਏ ਬੰਦੇ ਹੁਣ ਡਾਊਟ ਹੈਗਾ ਆ, ਬਾਕੀ ਕਲੀਅਰ ਕਰਨਗੇ ਹੌਲੀ ਹੌਲੀ। ਕੁਝ ਬੰਦਿਆਂ ਦੇ ਇਹਨਾਂ ਦੇ ਨਾਂ ਇਹਨਾਂ ਨੇ ਦੇਖੀ, ਇਹਨਾਂ ਨੇ ਕਿੰਨੇ ਸੀਗੇ ਕਲੀਅਰ। ਹਾਂ ਇਹਦੇ ਮੁੰਡੇ ਦੇ ਧਿਆਨ ਦੇ ਵਿੱਚ ਆ ਸਾਰਾ ਕੁਝ, ਕਿਉਂਕਿ ਇਹਨੇ ਦੇਖਿਆ। ਅੱਗੇ ਵਧਾਂਗੇ ਉਧਰ ਜੰਮੂ ਕਸ਼ਮੀਰ ਦੇ ਗਾਂਦਰਬਲ ਅਤਵਾਦੀ ਹਮਲੇ ਦੀ ਜਾਂਚ ਤੇਜ਼ ਹੋ ਗਈ ਹੈ। ਦੱਸਦੇ ਕਿ ਅੱਜ ਦੁਪਹਿਰ ਤੱਕ NIA ਦੀ ਟੀਮ ਜਿਹੜੀ ਹੈ ਪਹੁੰਚ ਸਕਦੀ ਹੈ। ਗਾਂਦਰਬਲ ਅਤਵਾਦੀ ਹਮਲੇ 'ਚ 7 ਲੋਕਾਂ ਦੀ ਮੌਤ ਹੋ ਗਈ ਹੈ। ਅਤਵਾਦੀਆਂ ਨੇ ਟਨਲ ਵਰਕਰਾਂ ਤੇ ਅੰਨ੍ਹੇਵਾਹ ਫਾਇਰਿੰਗ ਕੀਤੀ ਹੈ। ਅਤਵਾਦੀ ਹਮਲੇ 'ਚ 7 ਲੋਕਾਂ ਦੀ ਮੌਤ ਹੋਈ ਹੈ ਤਾਂ ਸਥਾਨਕ ਡਾਕਟਰ ਸਮੇਤ 6 ਟਨਲ ਵਰਕਰ ਨੇ। ਮਾਰਨ ਵਾਲਿਆਂ 'ਚ ਇੱਕ ਪੰਜਾਬ ਦਾ, ਗੁਰਦਾਸਪੁਰ ਦਾ ਵੀ ਰਹਿਣ ਵਾਲਾ ਹੈ ਤਾਂ ਕੁੱਲ ਮਿਲਾ ਕੇ ਇੱਕ ਵੱਡੀ ਘਟਨਾ ਵਾਪਰੀ ਹੈ। ਹਾਲਾਂਕਿ ਇਹ ਵੀ ਕਿਤੇ ਨਾ ਕਿਤੇ ਜਾਣਕਾਰੀ ਮਿਲ ਰਹੀ ਹੈ ਕਿ ਇੱਕ ਅਤਵਾਦੀ ਨੂੰ ਵੀ ਢੇਰ ਕਰ ਦਿੱਤਾ ਗਿਆ ਹੈ। ਇਸ ਹਮਲੇ ਤੇ ਜਿੱਥੇ ਇਹ ਹਮਲਾ ਹੋਇਆ ਹੈ ਉੱਥੋਂ 50 ਕਿਲੋਮੀਟਰ ਦੂਰ ਬਾਰਾਮੂਲਾ ਦੇ ਵਿੱਚ ਸੁਰੱਖਿਆ ਬਲਾਂ ਨੇ ਇੱਕ ਅਤਵਾਦੀ ਨੂੰ ਡੇਗਿਆ ਹੈ ਔਰ ਉਸਦੇ ਕੋਲੋਂ ਜਿਹੜੇ ਹਥਿਆਰ ਨੇ ਉਹ ਬਰਾਮਦ ਹੋਏ ਨੇ। ਤਾਂ ਕੁੱਲ ਮਿਲਾ ਕੇ ਹਾਲਾਂਕਿ ਅਸੀਂ ਕਹਿ ਸਕਦੇ ਕਿ ਇਹ ਉਹ ਅਤਵਾਦੀ ਹੈ ਜਿਸ ਦੀ ਇਸ ਦੇ ਵਿੱਚ ਸ਼ਮੂਲੀਅਤ ਸੀ ਜਾਂ ਫਿਰ ਨਹੀਂ, ਇਹ ਅਜੇ ਜਾਂਚ ਦਾ ਵਿਸ਼ਾ ਹੈ। ਪਰ ਇੰਨਾ ਜ਼ਰੂਰ ਹੈ ਕਿ ਬਾਰਾਮੂਲਾ ਦੇ ਵਿੱਚ ਇੱਕ ਅਤਵਾਦੀ ਜ਼ਰੂਰ ਢੇਰ ਹੋਇਆ ਹੈ। ਜਿਸ ਤਰੀਕੇ ਦੇ ਹਾਲਾਤ, ਇੱਕ ਮੰਜ਼ਰ ਦਰਦਨਾਕ ਉਸ ਸਮੇਂ ਵੇਖਣ ਨੂੰ ਮਿਲਿਆ ਹੈ ਕਿਉਂਕਿ ਇਹ ਨਿਹੱਥੇ ਆਪਣਾ ਕੰਮ ਕਰਨ ਵਾਲੇ ਲੋਕ ਜਿਨ੍ਹਾਂ ਦਾ ਕੋਈ ਕਿਸੇ ਦੇ ਨਾਲ ਲੈਣਾ ਦੇਣਾ ਨਹੀਂ ਔਰ ਬਾਹਰੀ ਸੂਬੇ ਤੋਂ ਸਨ ਤਾਂ ਇਹਨਾਂ ਦੀ मौत हुई है। हादसा हुआ है, जो टेरर अटैक हुआ है यहाँ पे गगनगीर एरिया इसको कहते हैं, जो सोनमर्ग से लगभग 4-5 किलोमीटर की दूरी पे होगा। और यहाँ पे जो अटैक हुआ है, यहाँ पे एक एप्का नाम की एक कंपनी है जो एक वाइटल प्रोजेक्ट पे काम कर रही है, ज़डमोड टनल पे काम कर रही है। और जो वहाँ पे जो एहलकार है, जो वहाँ के लेबर्स वगैरह है, वो एक कैंप में यहाँ रहते हैं, जो आप मेरे पीछे देख सकते हैं। वहाँ पे हमें जाने की इजाज़त नहीं है। उस कैंप पे कल शाम को कुछ आतंकी घुस गए थे और वहाँ पे हमला किया था और 7 लोगों की हत्या की गई वहाँ पे, जिसमें एक यहाँ बडगाम का डॉक्टर भी है और कुछ लोग गैर रियासती लोग भी है, उसमें कुछ ऑफिसर्स है, मैनेजर्स है। तो उन 7 लोगों की हत्या की गई और बाकी जो 5 है वो जख्मी हुए थे। और अभी जो सूरत हाल यहाँ पे है, यहाँ पे सिक्योरिटी फोर्सेस जो है उन्होंने कॉर्डन और सर्च ऑपरेशन शुरू किया है ताकि ये देखा जाए कि ये बिल्डर्स आया कि अभी तक यहीं है कि कहीं उन्होंने एस्केप रूट लिया हुआ है। तो अभी सूरत हाल ये है कि 7 लोगों का कत्ल किया गया है यहाँ पे और बाकी जो 5 लोग हैं वो जख्मी है, उनको श्रीनगर हॉस्पिटल मुंतकिल किया गया है जहाँ पे उनका। इस प्रकार से लोग जो रोजी रोटी कमाने के लिए दूसरे प्रदेशों से आते हैं, बहुत से ऐसे प्रोजेक्ट्स चल रहे होते हैं जहाँ पे वो काम करते हैं, तो इसमें उन पर गोलीबारी करके निहत्थे मजदूरों को मारना कहाँ की सियानत है। कुल मिलाकर के पाकिस्तान अभी भी लगा हुआ है, जैसे जम्मू कश्मीर में ठीक प्रकार से इलेक्शन हो गए, अच्छा माहौल वहाँ पर बना, वो यहाँ का माहौल बिगाड़ना चाहता है। और ये दुखद घटना है। जो अब किस प्रदेश से थे, कहाँ से थे, ये तो दूसरी बात है, लेकिन
जो यहाँ पर अपनी रोजी रोटी कमाने के लिए आए हुए हैं उन पर इस प्रकार से करना गलत है। कायर पाकिस्तानी आतंकवादियों ने एक बार फिर कश्मीर घाटी को लहूलुहान किया है। रात के अंधेरे में छिपकर कायरों की भांति इन पाकिस्तान के दरिंदे आतंकवादियों ने उत्तरी कश्मीर के सोनमर्ग क्षेत्र में जो मजदूर वहां टनल के कार्य में लगे थे उन पर निर्मम गोलीबारी की और इस गोलीबारी में, इस आतंकी हमले में बहुत सारे मजदूर कारीगर लोग उनकी जान चली गई। ये बहुत ही दुखद, बहुत ही दिलदोज ये घटना कश्मीर के गांदरबल जिले के गगनगीर क्षेत्र में पेश आया है। पाकिस्तान की ओर से लगातार जम्मू कश्मीर में अमन शांति और खुशहाली में खलल डालने की जो बार बार कोशिश होती है, हर षड्यंत्र को, हर कोशिश को हमारे सेना, हमारी पुलिस के जवानों ने पहले भी विफल किया है। आगे भी पाकिस्तान की हर साजिश और हर आतंकी घटना को विफल करेंगे। लोग हैं उनको हताहत किया, क्या कहेंगे? देखिए, बहुत ही दर्दनाक और खतरनाक है। ये हमारे इनोसेंट जो वर्कर्स हैं, उसमें डॉक्टर भी हैं, इंजीनियर भी हैं, जो साइट पे काम कर रहे थे सोनामर्ग के पास। रातों लंगर के समय उन पे हमला किया गया न थे लोगों पे। ये बहुत ही कायराना हमला है, बहुत ही दर्दनाक है। जितनी इसकी मजम्मत की जाए कम है और मासूम लोगों की हत्या करके उग्रवादी जो है वो कुछ हासिल नहीं कर पाएंगे और हमारी फोर्सेज और सेना जो है वो इसका बदला लेंगी। ऐसे आतंकवाद का खतरा जो है ये पिछले कई सालों से सिलेक्टेड और टारगेटेड किलिंग करके कुछ नॉन लोकल्स को, माइनॉरिटीज को, कहीं ना कहीं सॉफ्ट टारगेट्स को अटैक करके अपनी प्रेजेंस और हाजिरी दिखाते हैं और फ्रस्ट्रेशन की सिचुएशन में है क्योंकि चुनाव हो गया है, सरकार बनी है। इसलिए एक चुनौती तो है केंद्र सरकार और जम्मू कश्मीर की सरकार को, इसको चुनौती स्वीकार करके आर्मी, सेना, सिक्योरिटी फोर्सेस, पुलिस बल को पूरी तरह से सतर्क करना चाहिए। ਅੱਗੇ ਵਧਾਂਗੇ ਉਧਰ ਪਠਾਨਕੋਟ ਦੇ ਬੰਬਿਆਲ ਸੈਕਟਰ ਦੇ ਵਿੱਚ ਸ਼ੱਕੀ ਮਿਲਿਆ ਹੈ ਤਾਂ ਪਾਕਿਸਤਾਨੀ ਬੇੜੀ ਤਰਨਾ ਨਾਲੇ ਦੇ ਵਿੱਚ ਤੈਰਦੀ ਹੋਈ ਸ਼ੱਕੀ ਪਾਕਿਸਤਾਨੀ ਬੇੜੀ ਜਿਹੜੀ ਆ ਬਰਾਮਦ ਹੋਈ ਹੈ ਤਾਂ ਨਾਲੇ ਦੇ ਰਾਹੀਂ ਵਹਿ ਕੇ ਪਾਕਿਸਤਾਨ ਤੋਂ ਭਾਰਤ ਆਉਣ ਦਾ ਸ਼ੱਕ ਹੈ ਤਾਂ ਬੇੜੀ ਬਰਾਮਦ ਹੋਈ ਹੈ ਸ਼ੱਕੀ ਔਰ ਬੀਐਸਐਫ ਨੇ ਸ਼ੱਕੀ ਬੇੜੀ ਨੂੰ ਕਬਜ਼ੇ 'ਚ ਲੈ ਲਿਆ। ਹਾਲਾਂਕਿ ਬੇੜੀ ਖਾਲੀ ਸੀ, ਕੋਈ ਵੀ ਸਮਾਨ ਜਾਂ ਸ਼ਖਸ ਉਸ ਦੇ ਵਿੱਚ ਮੌਜੂਦ ਨਹੀਂ ਸੀ ਔਰ ਤਸਵੀਰ ਉਹ ਤੁਹਾਨੂੰ ਦਿਖਾ ਰਹੇ ਹਾਂ ਜੋ ਬੇੜੀ ਬਰਾਮਦ ਹੋਈ ਹੈ ਸ਼ੱਕੀ ਬੇੜੀ ਹੈ। ਇਸ ਦੀ ਪੂਰੀ ਸਰਚ ਕਰ ਲਈ ਗਈ ਹੈ, ਇਸ ਦੇ ਵਿੱਚ ਕੁਝ ਵੀ ਬਰਾਮਦ ਨਹੀਂ ਹੋਇਆ ਹੈ ਤਾਂ ਸੁਭਾਵਿਕ ਤੌਰ ਤੇ ਜਦੋਂ ਇਸ ਕਿਸਮ ਦੇ ਨਾਲ ਕੋਈ ਵੀ ਚੀਜ਼ ਉੱਥੋਂ ਆਉਂਦੀ ਹੈ ਤਾਂ ਉਸ ਨੂੰ ਲੈ ਕੇ ਸ਼ੱਕ ਜ਼ਾਹਿਰ ਹੁੰਦਾ ਹੈ। ਜਿਸ ਤਰੀਕੇ ਦੇ ਨਾਲ ਘੁਸਪੈਠ, ਹੈਰੋਇਨ ਔਰ ਹੋਰ ਨਸ਼ਾ ਹਥਿਆਰ ਉੱਥੋਂ ਸਪਲਾਈ ਹੋ ਰਹੇ ਨੇ ਤਾਂ ਸੁਖਜਿੰਦਰ ਨੇ ਮੇਰੇ ਸਹਿਯੋਗੀ ਫੋਨ ਲਾਈਨ ਤੇ। ਸੁਖਜਿੰਦਰ, ਕੀ ਕੁਝ ਜਾਣਕਾਰੀ ਬੇੜੀ ਨੂੰ ਲੈ ਕੇ? जी बिल्कुल दसना चाहूँगा कि कल बीती शाम की जी है बेड़ी जी तरना नाले के मिली सी सो लिहाजा ऐसा वालों इसनों जड़ा पूरी तरह खंगालिया गया है, कुछ इसको बरामद नहीं होया। कहा जा रहा है जो सोर्सेज के हवाले राही खबर आ रही है कि ये जी बेड़ी है पानी के बहाव के नाल इधर आई हो सकती है। सो लिहाजा पुलिस वालों बीएसएफ वालों जी है इसकी पूरी जांच की जा रही है, तफ्तीश भी की जा रही है, नाल दे इलाकों में जो खंगालिया भी जा रहा है। जी ठीक है, बहुत बहुत शुक्रिया सुखजिंदर तमाम जानकारी लिए, धन्यवाद है। तो बीएसएफ ने शक्की बेड़ी नूं कब्जे च ले लिया है। उधर दिल्ली के रोहिणी दे विच होए धमाके की जांच तेज हो गई है। दिल्ली पुलिस ने टैलीग्राम ऐप तो जानकारी मंगी है। जस्टिस लीग इंडिया चैनल की जानकारी मंगी गई है। चैनल ते सब तो पहला धमाके की वीडियो जिहड़ी पाई गई सी। मामले दे विच हुण तक पुलिस ने 5 लोगों को गिरफ्तार किया है और पैप दे विच एक वड्डी घटना है जिस तरीके दे नाल इत्थे ब्लास्ट हुंदा है। सवेर वेले दी एक घटना है जदों दिल्ली का सारा इलाका कंब जाता है और बहुत सारियां बयान जिहड़े सामने आ रहे ने कि किस तरीके दे नाल इत्थे धमाके दे नाल सारियां चीज़ां तहस नहस होईयां ने। तस्वीरां तुहानूं हेठले पासे दिखा रहे हैं। जिहड़ियां भी चीज़ां आस पास सन तां सब नूं इस दा असर पिया है और वड्डे पद्धर ते धमाका
ਇੱਕਦਮ ਤੋਂ ਹੁੰਦਾ ਹੋਇਆ ਨਜ਼ਰ ਆਇਆ। ਇਹ ਤਸਵੀਰ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਹੈ ਕਿਵੇਂ ਧਮਾਕਾ ਹੁੰਦਾ ਹੈ। 2 ਗੱਡੀਆਂ ਉੱਥੇ मौजूद सन। दीपक बिष्ट मेरे सहयोगी फोन लाइन पे मौजूद ने। दीपक, अभी तक की क्या कुछ पुलिस की इन्वेस्टिगेशन है? देखिए, अभी कुछ देर पहले ही सीआरपीएफ की एक टीम पुणे की आई थी, जो यहाँ पर इन्वेस्टिगेट कर रही थी, क्योंकि 24 घंटे से ज्यादा का वक्त बीत चुका है और इन्वेस्टिगेशन अभी भी चल रही है। क्योंकि जो आसपास के सीसीटीवी फुटेज हैं या जो टावर की जो आसपास की लोकेशन है उसको देखा जा रहा है कि कितने मोबाइल फोन रोविंग एरिया में थे, और इसी वजह से ये इन्वेस्टिगेशन अभी भी चल रही है। हालांकि सीसीटीवी कैमरा फुटेज में कुछ ऐसा अब तक इंक्लूड नहीं हो सका है जिससे पुलिस को कुछ इन्वेस्टिगेशन में आगे की लीड मिल सके, क्योंकि जिस तरह से अब तक की इन्वेस्टिगेशन हुई है सीसीटीवी कैमरा फुटेज से ये अंदाजा लगाया जा रहा है कि एक दिन पहले यानी 12 घंटे या 24 घंटे के दरमियान इसे एक्सप्लोसिव को यहाँ पर रखा हो सकता है, और इसी वजह से पुलिस जो है पिछले 2 दिन का डाटा भी यहाँ पर खंगाल रही है। कोशिश पुलिस की यही है कि सीसीटीवी फुटेज के माध्यम से ये पता लगाया जा सके कि वो कैसे इन्वेस्टिगेशन कैसे कर सकते हैं। तो फिलहाल अभी तक ये कहना मुश्किल होगा, लेकिन जांच एजेंसियां लगातार कोशिश कर रही है, जो कि एनएसजी और एनआईए के साथ साथ दिल्ली पुलिस के स्पेशल सेल भी इस पर काम कर रही हैं, और सभी को इस वक्त जा रहे हैं कि कुछ ऐसे कंट्रोल न मिले कि जिस शख्स ने उस जगह पर एक्सप्लोसिव रखा था, क्योंकि ये एक ब्लास्ट अलग तरह का है, तो इसलिए पूरी इन्वेस्टिगेशन अभी चल रही है। बहुत बहुत शुक्रिया दीपक तमाम जानकारी के लिए। तो कुल मिला के अपने आप ਦੇ ਵਿੱਚ ਵੱਡਾ ਇੱਕ ਘਟਨਾਕ੍ਰਮ ਵਾਪਰਿਆ ਹੈ, ਔਰ ਇਸ ਦੇ ਵਿੱਚ ਸਭ ਤੋਂ ਅਹਿਮ ਹੈ ਕਿ ਕੋਈ ਵੀ ਕੁਝ ਘੰਟਿਆਂ ਦੇ ਆਲੇ ਦੁਆਲੇ ਆਉਂਦਾ ਹੋਇਆ ਇੱਥੇ ਨਜ਼ਰ ਨਹੀਂ ਆਇਆ ਹੈ। ਤਾਂ ਰੋਹਿਣੀ ਦੀਆਂ ਤਸਵੀਰਾਂ ਨੇ। लास्ट के 24 घंटे बाद भी जांच एजेंसियों के हाथ अब तक खाली हैं, क्योंकि अभी भी ये नहीं पता चल पाया कि आखिर वो कौन थे जिन्होंने यहाँ पर एक्सप्लोसिव फेंका था। दरअसल सीसीटीवी कैमरा फुटेज में अब तक पुलिस को ये चीज़ नज़र नहीं आई कि कौन शख्स यहाँ पर से मूवमेंट कर रहा था और किसने इस जगह पर जो बम धमाके की चीज़ थी वो यहाँ पर फेंकी थी जिससे धमाका तेज हुआ था। क्योंकि कुछ सीसीटीवी कैमरा फुटेज ऐसे हैं जिनमें 5 घंटे के पहले की तस्वीर में ये साफ हो चुका है, उसमें पता नहीं चल पाया कि कौन यहाँ पर आया था, क्योंकि जिस तरह से रविवार की सुबह 7:47 के आसपास ये धमाके की गूंज लोगों ने सुनी थी, उसके बाद यहाँ पर गहरा गड्ढा हो गया था। और उसके बाद जो जांच एजेंसियां हैं एनएसजी, एनआईए और उसके अलावा दिल्ली पुलिस की स्पेशल सेल इस पूरे मामले में इन्वेस्टिगेट कर रही है, लेकिन सीसीटीवी कैमरा फुटेज यहाँ पर अहम सुराग दे सकते हैं, और इसको लेकर कई किलोमीटर तक की रेंज में सीसीटीवी कैमरा फुटेज खंगाले जा रहे हैं, क्योंकि सुबह का वक्त था और कैमरा फुटेज के अंदर कुछ ऐसी चीज़ें तलाशने में यहाँ पर एजेंसियाँ जुटी हुई हैं, क्योंकि जिससे ये पता लग सके कि वो क्या तलाश रहे हैं। क्योंकि यहाँ पर उन संदिग्धों का पता लगाया जाना बहुत ज़रूरी है, और सूत्र बता रहे हैं कि तकरीबन 5-6 घंटे पहले का जो फुटेज उन्होंने चेक किया है उस फुटेज में अब तक ये नज़र नहीं आया कि किसने यहाँ पर वो एक्सप्लोसिव फेंका था। यानी इसका मतलब साफ है कि कई घंटे पहले यहाँ पर उसे फेंका गया, और इस एक्सप्लोसिव को फेंकने का मकसद साफ था कि कहीं ना कहीं कोई नुकसान था या कोई मैसेज देना था, या फिर ये एक डेमो था एक बड़ी वारदात को अंजाम देने से पहले का, और इसीलिए जांच एजेंसियां सतर्क हो चुकी हैं। लेकिन सबसे बड़ा यहाँ पर जानकारी मिल रही कि जो अब तक का फुटेज नजर सामने आया है उसमें 5-6 घंटे पहले कोई भी ऐसा संदिग्ध यहाँ पर कुछ फेंकता हुआ नजर नहीं आ रहा है, किसी की मूवमेंट ऐसी नहीं है जो संदिग्ध कहा जा सके। इसका मतलब साफ है कि इससे पहले यानी शनिवार को इस जगह पर एक्सप्लोसिव रखा गया था या फेंका गया था, उस वक्त की तस्वीरें अब कुछ समय बाद साफ हो पाएगी, क्योंकि एजेंसियां अब जुट चुकी हैं। नुकसान हुआ है जी, सब ऊपर मेरे ऊपर ही आ रहा है गिरे बोट। हम मंजन करने जा रहे हैं। हाँ, आपकी दुकान में कितने लोग मौजूद थे उस समय आसपास? कोई दुकान मतलब उस वक्त पे हमारा शॉप नहीं खुला था। आपकी शॉप नहीं खुली? नहीं, वो लपपूड़ी वाली शॉप खुली थी बस। हाँ, बच्चों का आना जाना स्कूल में? नहीं, कोई संडे था कल। हाँ, स्कूल छुट्टी थी? कल तो बंद ही था, कल कोई नहीं था कल। ये भी तो थे क्या 7:40 बता रहे, 7:40 थे। आपने देखा था या कैमरे में आया है? कैमरे में? हाँ। तो कोई संगीत मतलब कोई बंदा नहीं।